हेलो एवरीवन वेलकम टू विक्टर्स नॉलेज दिस इज शीनू शर्मा सो ਅੱਜ ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਡੈਮੋ ਲੈਕਚਰ ਲੈ ਕੇ ਆਈ ਹਾਂ ਸੋ ਇਹਦੇ ਵਿੱਚ ਜੋ ਇੰਪੋਰਟੈਂਟ ਮੈਂ ਕੋਰਸ ਲਾਂਚ ਕੀਤਾ ਹੋਇਆ ਹੈ ਫॉर ਵੇਰੀਅਸ ਪੰਜਾਬ ਪੁਲਿਸ ਐਗਜ਼ਾਮੀਨੇਸ਼ਨਸ ਉਹਦੇ ਅੰਦਰ ਜੀਓਗ੍ਰਾਫੀ ਤੇ ਕੁਆਂਟ ਦੀਆਂ ਮੈਂ ਤੁਹਾਡੇ ਨਾਲ ਕੁਝ ਕੋਰਸ ਵਿੱਚੋਂ ਹੀ ਸਲਾਈਡਸ ਸ਼ੇਅਰ ਕਰੂੰਗੀ ਸੋ ਦੈਟ ਤੁਹਾਨੂੰ ਇੱਕ ਕਲੈਰਿਟੀ ਆ ਜਾਵੇ ਕਿ ਕੋਰਸ ਦੇ ਵਿੱਚ ਜੀਓਗ੍ਰਾਫੀ ਤੇ ਕੁਆਂਟ ਨੂੰ ਮੈਂ ਕਿਵੇਂ ਕਵਰ ਕੀਤਾ ਹੋਇਆ ਹੈ ਸੋ ਇੱਕ ਹੋਰ ਇੰਪੋਰਟੈਂਟ ਚੀਜ਼ ਰੀਸੈਂਟਲੀ ਮੈਂ ਇੱਕ ਹੋਰ ਕ੍ਰੈਸ਼ ਕੋਰਸ ਲਾਂਚ ਕੀਤਾ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅਰਾਊਂਡ 85 ਤੋਂ 90 ਘੰਟੇ ਦੇ ਟੋਟਲ ਲੈਕਚਰਸ ਨੇ ਜਿਨ੍ਹਾਂ ਨੂੰ ਤੁਸੀਂ ਈਜ਼ੀਲੀ 10 to 12 ਡੇਜ਼ ਦੇ ਵਿੱਚ ਕਵਰ ਕਰ ਸਕਦੇ ਹੋ ਸੋ ਜੇ ਕੋਈ ਸਟੂਡੈਂਟ ਇਕੱਲਾ ਵੀਡੀਓ ਕ੍ਰੈਸ਼ ਕੋਰਸ ਲੈਣਾ ਚਾਹੁੰਦਾ ਕਿਸੇ ਵੀ ਐਗਜ਼ਾਮ ਦੇ ਲਈ ਜੋ ਪੰਜਾਬ ਪੁਲਿਸ ਦੇ ਆਉਣ ਵਾਲੇ 3 ਐਗਜ਼ਾਮ ਨੇ ਤਾਂ ਤੁਸੀਂ ਇਹ ਲੈ ਸਕਦੇ ਹੋ ਬਾਕੀ ਸਬ ਇੰਸਪੈਕਟਰ ਐਗਜ਼ਾਮ ਦੇ ਲਈ ਪ੍ਰੋਪਰ ਐਗਜ਼ਾਮ ਪੈਟਰਨ ਦੇ ਉੱਤੇ ਆਧਾਰਿਤ ਹੀ ਮੌਕ ਟੈਸਟ ਮੈਂ ਲਾਂਚ ਕੀਤੇ ਹੋਏ ਨੇ ਉਹ ਅਵੇਲੇਬਲ ਨੇ ਤੁਸੀਂ ਜੇ ਕਿਸੇ ਪਾਰਟਿਕੂਲਰ ਸਬਜੈਕਟ ਦੇ ਨੋਟਸ ਲੈਣੇ ਨੇ ਜਾਂ ਈਵਨ ਕੰਪਲੀਟ ਸਿਲੇਬਸ ਦੇ ਨੋਟਸ ਲੈਣੇ ਨੇ ਸੋ ਹਰ ਇੱਕ ਇੰਪੋਰਟੈਂਟ ਟੌਪਿਕ ਮੈਂ ਕਵਰ ਕੀਤਾ ਹੋਇਆ ਪੂਰੀ ਡੀਟੇਲ ਵਿੱਚ ਸੋ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਬਾਕੀ ਜੇ ਤੁਹਾਡੀ ਕੋਈ ਹੋਰ ਕੁਐਰੀ ਹੈ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਔਨ legalvictor02896@gmail.com ਜਾਂ ਤੁਸੀਂ ਇੰਸਟਾਗ੍ਰam ਪੇਜ ਵਿਕਟਰਸ ਨੌਲੇਜ ਨੂੰ ਫੋਲੋ ਕਰਕੇ ਉੱਥੇ ਮੈਨੂੰ ਡੀਐਮ ਭੇਜ ਸਕਦੇ ਹੋ ਸੋ ਹੁਣ ਆਪਾਂ ਡੈਮੋ ਲੈਕਚਰ ਇੱਕ ਵਾਰੀ ਦੇਖ ਲੈਂਦੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਜੀਓਗ੍ਰਾਫੀ ਦੀਆਂ ਸਲਾਈਡ ਸ਼ੇਅਰ ਕਰ ਰਹੀ ਹਾਂ ਰੈਂਡਮ ਟੌਪਿਕਸ ਨੇ ਉਸ ਤੋਂ ਬਾਅਦ ਕੁਝ ਮੈਂ ਤੁਹਾਡੇ ਨਾਲ ਕੁਆਂਟ ਦੀਆਂ ਸਲਾਈਡ ਸ਼ੇਅਰ ਕੀਤੀਆਂ ਹੋਈਆਂ ਨੇ ਨਾਓ ਲੈਟਸ ਗੈਟ ਸਟਾਰਟਡ ਸੋ ਜਦੋਂ ਵੀ ਆਪਾਂ ਨੇ ਇੰਡੀਅਨ ਜੀਓਗ੍ਰਾਫੀ ਕਰਨੀ ਹੈ ਉਹਦੇ ਵਿੱਚੋਂ ਇੱਕ ਟੌਪਿਕ ਤੁਸੀਂ ਕਦੇ ਵੀ ਮਿਸ ਨਹੀਂ ਕਰਨਾ ਕਿਉਂਕਿ ਬਹੁਤ ਵਾਰੀ ਇਹਦੇ ਚੋਂ ਡਾਇਰੈਕਟਲੀ ਪੇਪਰ 'ਚ ਕੁਐਸਚਨ ਆਉਂਦੇ ਨੇ ਦਿਸ ਇਜ਼ ਰਿਲੇਟਡ ਟੂ ਆਈਲੈਂਡ ਭਾਰਤ ਦੀ ਜੇ ਆਪਾਂ ਗੱਲ ਕਰੀਏ ਤਾਂ ਛੋਟੇ ਛੋਟੇ ਟਾਪੂ ਨੇ ਤੇ ਇਹਦੇ ਵਿੱਚੋਂ ਜਦੋਂ ਆਪਾਂ ਗੱਲ ਕਰਦੇ ਆ ਮੇਜਰ ਦੋ ਆਰਕੀਪੈਲੇਗੋਸ ਦੀ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਆਈਲੈਂਡਸ ਨੂੰ ਜੋੜੀ ਬੈਠੇ ਨੇ ਉਹ ਦੋ ਨਾਮ ਨੇ ਇੱਕ ਹੈ ਅੰਡੇਮਾਨ ਨਿਕੋਬਾਰ ਆਈਲੈਂਡ ਦੂਜਾ ਹੈ ਲਕਸ਼ਦ੍ਵੀਪ ਆਈਲੈਂਡ ਸੋ ਇਹਨਾਂ ਦੀ ਆਪਾਂ ਵਨ ਬਾय ਵਨ ਡੀਟੇਲ ਦੇਖਾਂਗੇ ਇਹ ਤੁਸੀਂ ਉਰੇ ਵਰਡ ਐਟਲਸ ਦਾ ਮੈਪ ਹੈ ਟੂ ਮੇਕ ਥਿੰਗਸ ਮੋਰ ਕਲੀਅਰਰ ਇਹਨੂੰ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਅੰਡੇਮਾਨ ਨਿਕੋਬਾਰ ਆਈਲੈਂਡ ਬੇ ਆਫ ਬੰਗਾਲ ਦੇ ਵਿੱਚ ਸਿਚੁਏਟਡ ਨੇ ਇੱਕ ਨੈਰੋ ਚੇਨ ਨਾਰਥ ਤੋਂ ਸਾਊਥ ਤੱਕ ਲੈ ਕੇ ਜਾਂਦੇ ਨੇ ਜਿਹੜੇ ਆਈਲੈਂਡਸ ਨੇ 6 ਡਿਗਰੀ 45 ਨਾਰਥ ਤੋਂ 13 ਡਿਗਰੀ 45 ਨਾਰਥ ਤੱਕ ਫੈਲੇ ਹੋਏ ਨੇ ਐਕਸਟੈਂਡਡ ਨੇ ਜਿਹੜੀ ਆਰਕੀਪੈਲੇਗੋ ਹੁੰਦਾ ਬਹੁਤ ਸਾਰੇ ਛੋਟੇ ਛੋਟੇ ਆਈਲੈਂਡਸ ਦਾ ਇੱਕ ਗਰੁੱਪ is composed of around total 265 ਵੱਡੇ ਛੋਟੇ ਆਈਲੈਂਡ ਨੇ 203 ਅੰਡੇਮਾਨ ਦੇ ਨੇ 62 ਨਿਕੋਬਾਰ ਦੇ ਨੇ ਇਹ ਐਸ ਸੱਚ ਤੁਸੀਂ ਜਿਹੜੇ ਨੰਬਰਸ ਨੇ ਫਿਗਰਸ ਨੇ ਇਹ ਯਾਦ ਰੱਖਣੀਆਂ ਨੇ ਅੰਡੇਮਾਨ ਆਈਲੈਂਡ ਹੈ ਤਿੰਨ ਮੇਨ ਆਈਲੈਂਡ ਦੇ ਵਿੱਚ ਡਿਵਾਈਡਡ ਹੈ ਮੈਂ ਤੁਹਾਨੂੰ ਪਿੱਛੇ ਆਲਰੇਡੀ ਦਿਖਾ ਚੁੱਕੀ ਹਾਂ ਨਾਰਥ ਮਿਡਲ ਤੇ ਸਾਊਥ ਡੰਕਨ ਪੈਸੇਜ ਹੈ ਜਿਹੜਾ ਇਹ ਰਸਤਾ ਸੈਪਰੇਟ ਕਰਦਾ ਅਲੱਗ ਕਰਦਾ ਲਿਟਲ ਅੰਡੇਮਾਨ ਨੂੰ ਸਾਊਥ ਅੰਡੇਮਾਨ ਤੋਂ Great Andaman group of island in the north is separated by 10 degree channel from Nicobar group. Grand Channel Great Island ਤੇ ਸੁਮਤਰਾ ਆਈਲੈਂਡ ਦੇ ਵਿਚਕਾਰ ਹੈ ਜੋ ਇੰਡੋਨੇਸ਼ੀਆ ਦਾ ਹੈ ਪੇਪਰ 'ਚ ਇਹ ਵੀ ਬਹੁਤ ਵਾਰੀ ਕੁਐਸਚਨ ਆਉਂਦਾ ਕਿ ਸੁਮਤਰਾ ਆਈਲੈਂਡ ਕਿਹੜੇ ਦੇਸ਼ ਦੇ ਨੇ ਸੋ ਤੁਸੀਂ ਯਾਦ ਰੱਖਣਾ ਹੈ ਇੰਡੋਨੇਸ਼ੀਆ ਕੋਕੋ ਸਟ੍ਰੇਟ ਹੈ ਜਿਹੜਾ ਇਹ ਰਸਤਾ ਹੈ ਇਹ ਨਾਰਥ ਅੰਡੇਮਾਨ ਆਈਲੈਂਡ ਨੂੰ ਕੋਕੋ ਆਈਲੈਂਡ ਜੋ ਮਿਆਂਮਾਰ ਦੇ ਨੇ ਉਹਦੇ ਤੋਂ ਅਲੱਗ ਕਰਦਾ ਸੋ ਉਹਦੇ ਵਿਚਕਾਰ ਵਾਲਾ ਰਸਤਾ ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਆਈਲੈਂਡ ਦੀ कैपिटल है ये इंपॉर्टेंट टॉपिक पॉइंट तुसी याद रखना है सो ये नाम तुसी याद रखना है कि अंडमान निकोबार आइलैंड दी कैपिटल की है सो वो है पोर्ट ब्लेयर ते ये सिचुएटेड है साउथ अंडमान विच अमंग द निकोबार आइलैंड जिहड़ा ग्रेट निकोबार है नाम तो ही पता चल रहा है ग्रेट सब तो वड्डा है लार्जेस्ट है अगे सब तो इंपॉर्टेंट नाम आंदा है वोल्केनिक ज्वालामुखी जिन्हां ਤੋਂ ਫੁੱਟਦੀ ਹੈ ਉਹ ਕਿਹੜੇ ਆਈਲੈਂਡ ਨੇ ਇਹ ਬਾਰ-ਬਾਰ ਪੇਪਰ 'ਚ ਪੁੱਛੇ ਜਾਂਦੇ ਨੇ ਸੋ ਇਹ ਨੇ ਬੈਰਨ ਆਈਲੈਂਡ ਤੇ ਨਾਰਕੌਂਡਮ ਆਈਲੈਂਡ ਇਹ ਦੋ ਨਾਮ ਤੁਸੀਂ ਡੈਫੀਨਿਟਲੀ ਯਾਦ ਰੱਖਣੇ ਆ ਨਾਰਥ ਆਫ ਪੋਰਟ ਬਲੇਅਰ ਦੇ ਵਿੱਚ ਸਿਚੁਏਟਡ ਨੇ ਵੋਲਕੈਨਿਕ ਆਈਲੈਂਡ ਨੇ ਤੇ ਇਹ ਭਾਰਤ ਦੇ ਕੱਲੇ ਐਕਟਿਵ ਵੋਲਕੈਨੋ ਜਿਨ੍ਹਾਂ 'ਚ ज्वालामुखी ਆਉਂਦੀ ਰਹਿੰਦੀ ਹੈ ਉਹ ਆਈਲੈਂਡ ਨੇ ਮੇਨਲੈਂਡ ਇੰਡੀਆ ਦੀ ਜੇ ਗੱਲ ਕਰੀਏ ਆਪਾਂ ਜਿਹੜਾ ਲੈਂਡ ਵਾਲਾ ਪੂਰਾ ਦਾ ਪੂਰਾ ਭਾਰਤ ਦਾ ਹਿੱਸਾ ਹੈ ਉੱਥੇ ਕੋਈ ਵੀ ਐਕਟਿਵ ਵੋਲਕੈਨੋ ਨਹੀਂ ਦੇਖੇ ਜਾਂਦੇ ਕੋਰਲ ਰੀਫਸ ਉਰੇ ਪਾਈਆਂ ਜਾਂਦੀਆਂ ਸੈਡਲ ਪੀਕ ਨਾਰਥ ਅੰਡੇਮਾਨ ਦੀ ਹਾਈਐਸਟ ਪੀਕ ਹੈ ਇਹ ਵੀ ਬਹੁਤ ਵਾਰੀ ਡਾਇਰੈਕਟਲੀ ਪੇਪਰ 'ਚ ਕੁਐਸਚਨ ਬਣ ਕੇ ਆਉਂਦਾ ਸੋ ਜਿਹੜੇ ਉਰੇ ਮੈਂ ਤੁਹਾਨੂੰ ਪੁਆਇੰਟਸ ਬੋਲਡ ਕੀਤੇ ਹੋਏ ਨੇ ਉਹ ਤੁਸੀਂ ਡੈਫੀਨਿਟਲੀ ਅਲੱਗ ਤੋਂ ਯਾਦ ਰੱਖਣਾ ਸੋ ਜਿਹੜੇ ਮੈਂ ਤੁਹਾਨੂੰ ਪਹਿਲਾਂ ਪਾਸਿਸ ਦੱਸੇ ਨੇ ਜਿਵੇਂ ਉਰੇ ਬਾਰਾਲਾ ਚਾਲਾ ਪਾਸ ਆ ਗਿਆ ਜੰਮੂ ਕਸ਼ਮੀਰ ਵਾਲੇ ਆ ਗਏ ਜਿਹੜੇ ਨਾਲ ਜੋੜਦੇ ਨੇ ਲੇਹ ਲਦਾਖ ਵਾਲੇ ਏਰੀਆ ਨੂੰ ਜੰਮੂ ਦੇ ਨਾਲ ਸੋ ਇਹ ਉਹ ਪਾਸਿਸ ਨੇ ਨਾਰਥ ਈਸਟਰਨ ਸਟ੍ਰੇਟ ਦੇ ਹੁਣ ਆਪਾਂ ਮਾਊਂਟੇਨ ਪਾਸ ਦੇਖਾਂਗੇ ਇਹ ਵਾਲਾ ਜਿਹੜਾ ਏਰੀਆ
ਇੱਧਰ ਵਾਲਾ ਇਹ ਆਪਾਂ ਸਾਰਾ ਦੇਖ ਚੁੱਕੇ। ਇਹ ਲੇਹ ਲਦਾਖ ਵਾਲਾ ਏਰੀਆ ਆ ਗਿਆ, ਉੱਤਰਾਖੰਡ ਵਾਲਾ ਆ ਗਿਆ, ਸੋ ਇਹ ਹੁਣ ਇੱਧਰ ਆ ਗਿਆ ਨਾਰਥ ਈਸਟ ਵਾਲਾ। Next is the most important thing that we have to cover for exam, change in temperature। ਜਿਹੜਾ ਵਾਤਾਵਰਣ ਦੇ ਵਿੱਚ ਟੈਂਪਰੇਚਰ ਮੌਜੂਦ ਹੈ, ਤਾਪਮਾਨ ਹੈ, ਉਹਦੇ ਆਧਾਰ ਉੱਤੇ 5 ਲੇਅਰਸ ਦੇ ਵਿੱਚ ਆਪਾਂ ਨੇ ਇਸ ਐਟਮੋਸਫੇਅਰ ਨੂੰ ਡਿਵਾਈਡ ਕੀਤਾ ਹੋਇਆ ਹੈ। ਸੋ ਬੇਸਡ ਔਨ ਚੇਂਜ ਇਨ ਟੈਂਪਰੇਚਰ ਵੀ ਹੈਵ ਡਿਵਾਈਡਡ ਆਰ ਐਟਮੋਸਫੇਅਰ ਇਨਟੂ 5 ਡਿਫਰੈਂਟ ਲੇਅਰ। ਸੋ ਇਹ 5 ਦੀਆਂ 5 ਲੇਅਰ ਪੇਪਰ ਲਈ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹਾਂ ਧਰਤੀ ਦੇ ਸਰਫੇਸ ਤੋਂ ਉੱਪਰ ਨੂੰ ਐਟਮੋਸਫੇਅਰ ਵੱਲ ਜਾਣ ਦੀ ਆਪਾਂ ਸਟਾਰਟਿੰਗ ਕਰਦੇ ਹਾਂ, ਤਾਂ ਸਭ ਤੋਂ ਜਿਹੜੀ ਨੀਚੇ ਲੇਅਰ ਹੈ, ਜਿਹੜੀ ਧਰਤੀ ਤੋਂ ਉੱਪਰ ਤੱਕ ਜਾਂਦੀ ਹੈ, ਤਾਂ ਫਰਸਟ ਲੋਅਰ ਮੋਸਟ ਲੇਅਰ ਦਾ ਨਾਮ ਹੈ ਟ੍ਰੋਪੋਸਫੀਅਰ। ਲੋਅਰ ਮੋਸਟ ਲੇਅਰ ਆਫ ਐਟਮੋਸਫੀਅਰ 18 ਕਿਲੋਮੀਟਰ ਤੱਕ ਇਹ ਇਕੁਏਟਰ ਜਿਹੜਾ ਧਰਤੀ ਦਾ ਵਿਚਕਾਰਲਾ ਹਿੱਸਾ ਉੱਥੇ ਐਕਸਟੈਂਡਡ ਹੈ। ਮਿਡ ਲੈਟੀਟਿਊਡ 13 ਕਿਲੋਮੀਟਰ, ਪੋਲ ਤੇ 8 ਕਿਲੋਮੀਟਰ। ਇਹ ਇਸੇ ਤਰ੍ਹਾਂ ਹੀ ਤੁਸੀਂ ਯਾਦ ਰੱਖਣਾ ਕਿ ਪੋਲ ਤੇ ਕਿੰਨੀ ਲੈਂਥ ਹੈ, ਇਕੁਏਟਰ ਤੇ ਕਿੰਨੀ ਹੈ। ਸੋ ਪੇਪਰ 'ਚ ਇਹ ਕੁਐਸਚਨ ਐਜ਼ ਇਟ ਇਜ਼ ਇਸੇ ਤਰ੍ਹਾਂ ਆਉਂਦਾ। ਐਟਮੋਸਫੀਅਰ ਦਾ 90% ਤੱਕ ਦਾ ਜਿੰਨਾ ਟੋਟਲ ਮਾਸ ਹੈ ਉਹ ਟ੍ਰੋਪੋਸਫੀਅਰ ਨੇ ਕਵਰ ਕੀਤਾ ਹੋਇਆ। ਮੌਸਮ ਬਦਲਦੇ ਨੇ, ਕਲਾਉਡਸ ਦੀ ਫਾਰਮੇਸ਼ਨ ਹੁੰਦੀ ਹੈ, ਡਸਟ, ਮਿੱਟੀ, ਵਾਟਰ ਵੇਪਰ, ਸਾਰੀਆਂ ਚੀਜ਼ਾਂ ਇਸੇ ਟ੍ਰੋਪੋਸਫੀਅਰ ਲੇਅਰ ਦੇ ਵਿੱਚ ਹੀ ਮੌਜੂਦ ਹੁੰਦੀਆਂ ਨੇ। ਉਰੇ ਹੀ ਮੌਸਮ ਬਦਲਦੇ ਨੇ, ਜਿੰਨਾ ਵੈਦਰ ਫਿਨੋਮੀਨਨ ਸਾਰਾ ਉਰੇ ਹੀ ਹੁੰਦਾ ਹੈ। In this temperature decrease with increase in height। Recently ਪੇਪਰ 'ਚ ਕੁਐਸਚਨ ਆਇਆ ਸੀ ਕਿ ਕਿਹੜੀ ਲੇਅਰ ਹੈ ਜਿਹਦੇ ਵਿੱਚ ਟੈਂਪਰੇਚਰ ਜਿਵੇਂ ਜਿਵੇਂ ਉਸ ਲੇਅਰ ਦੀ ਹਾਈਟ ਵੱਧਦੀ ਜਾਂਦੀ ਹੈ ਉਸੇ ਤਰ੍ਹਾਂ ਟੈਂਪਰੇਚਰ ਘਟਦਾ ਜਾਂਦਾ। ਸੋ ਟੈਂਪਰੇਚਰ ਡਿਕਰੀਜ਼ ਵਿਦ ਇਨਕਰੀਜ਼ ਇਨ ਹਾਈਟ। ਟੈਂਪਰੇਚਰ ਘਟੂਗਾ ਜਿਵੇਂ ਜਿਵੇਂ ਹਾਈਟ ਵਧੂਗੀ, ਉੱਪਰ ਨੂੰ ਜਾਵਾਂਗੇ। ਇਹ ਹੁੰਦਾ ਟ੍ਰੋਪੋਸਫੀਅਰ ਲੇਅਰ ਵਿੱਚ। ਐਵਰੇਜ ਰੇਟ ਆਫ ਡਿਕਰੀਜ਼ ਇਨ ਟੈਂਪਰੇਚਰ ਕਿੰਨਾ ਹੈ, ਉਹਨੂੰ ਕਿਹਾ ਜਾਂਦਾ ਹੈ ਨਾਰਮਲ ਲੈਪਸ ਰੇਟ। ਜਿਹੜੀ ਮੈਂ ਤੁਹਾਨੂੰ ਇਹ ਟਰਮ ਦੱਸੀ ਹੈ ਕਿ ਜਿਵੇਂ ਜਿਵੇਂ ਹਾਈਟ ਵੱਧਦੀ ਹੈ ਟੈਂਪਰੇਚਰ ਘਟਦਾ ਜਾਂਦਾ, ਸਾਇੰਟਿਫਿਕ ਲੈਂਗੁਏਜ ਦੇ ਵਿੱਚ ਆਪਾਂ ਇਹਨੂੰ ਕਵਾਂਗੇ ਨਾਰਮਲ ਲੈਪਸ ਰੇਟ। 6.4 ਡਿਗਰੀ ਪਰ ਕਿਲੋਮੀਟਰ। ਜਿਵੇਂ ਤੁਸੀਂ ਨੀਚੇ ਤੋਂ ਉੱਪਰ ਨੂੰ 1 ਕਿਲੋਮੀਟਰ ਜਾਓਗੇ 6.4 ਡਿਗਰੀ ਟੈਂਪਰੇਚਰ ਘਟਦਾ ਜਾਊਗਾ। ਇਹ ਹੈ ਨਾਰਮਲ ਲੈਪਸ ਰੇਟ। NCERT ਬੇਸਡ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਪਰ ਜਿਹੜਾ ਡਿਕਰੀਜ਼ ਦਾ ਰੇਟ ਹੈ ਇਹ ਸਾਰੇ ਕਿਤੇ ਕਾਮਨ ਨਹੀਂ ਹੈ, ਇੱਕ ਐਵਰੇਜ ਕਾਮਨ ਆਪਾਂ ਨੂੰ ਦੱਸਿਆ ਹੋਇਆ। Local rate of decrease is called local lapse rate। Minimum temperature attained in this layer। ਇਸ layer ਦੇ ਵਿੱਚ ਸਭ ਤੋਂ ਘੱਟ ਟੈਂਪਰੇਚਰ ਪਹੁੰਚਦਾ -57 ਡਿਗਰੀ ਤੱਕ। ਦੂਜੀ ਲੇਅਰ ਆਉਂਦੀ ਹੈ ਟ੍ਰੋਪੋਪੌਜ਼। ਟ੍ਰੋਪੋਸਫੀਅਰ ਦੀ ਟੌਪ ਮੋਸਟ ਲੇਅਰ ਹੈ, ਜਿਹੜੀ ਜਦੋਂ ਆਪਾਂ ਨੇ ਟ੍ਰੋਪੋਸਫੀਅਰ ਤੋਂ ਦੂਜੀ ਲੇਅਰ ਸਟ੍ਰੈਟੋਸਫੀਅਰ ਵੱਲ ਨੂੰ ਜਾਣਾ ਤਾਂ ਇਹਨਾਂ ਦੋਨਾਂ ਦੇ ਜਿਹੜੀ ਵਿਚਕਾਰ ਵਾਲੀ ਇੱਕ ਬਾਉਂਡਰੀ ਦੀ ਲੇਅਰ ਹੈ। ਜਦੋਂ ਆਪਾਂ ਟ੍ਰੋਪੋਸਫੀਅਰ ਤੋਂ ਦੂਜੀ ਸਟ੍ਰੈਟੋਸਫੀਅਰ ਲੇਅਰ ਵੱਲ ਨੂੰ ਜਾਂਦੇ ਆ ਤਾਂ ਵਿਚਕਾਰ ਇੱਕ ਬਾਉਂਡਰੀ ਦੀ ਤਰ੍ਹਾਂ ਲੇਅਰ ਕੰਮ ਕਰਦੀ ਹੈ, ਇੱਕ ਏਰੀਆ ਆਉਂਦਾ ਜਿਹਦਾ ਨਾਮ ਹੈ ਟ੍ਰੋਪੋਪੌਜ਼। ਉਰੇ ਟੈਂਪਰੇਚਰ ਜ਼ਿਆਦਾਤਰ ਕਾਂਸਟੈਂਟ ਰਹਿੰਦਾ। ਫਿਰ ਆ ਗਈ ਅਗਲੀ ਲੇਅਰ ਸਟ੍ਰੈਟੋਸਫੀਅਰ। ਟ੍ਰੋਪੋਪੌਜ਼ ਤੋਂ ਉੱਪਰ 50 ਕਿਲੋਮੀਟਰ ਤੱਕ ਇਹਦੀ ਆਪਾਂ ਨੇ ਮੈਕਸਿਮਮ ਹਾਈਟ ਦੇਖੀ ਸੀ, 0 ਤੋਂ ਲੈ ਕੇ ਅਰਥ ਦੇ ਸਰਫੇਸ ਤੋਂ 18 ਕਿਲੋਮੀਟਰ ਤੱਕ ਇਕੁਏਟਰ ਤੇ। ਬਾਕੀ ਜਨਰਲ ਐਵਰੇਜ ਹੁੰਦੀ ਹੈ 13 ਕਿਲੋਮੀਟਰ। ਸੋ ਇਸ 13 ਕਿਲੋਮੀਟਰ ਤੋਂ ਉੱਪਰ ਨੂੰ ਹੋਰ 50 ਕਿਲੋਮੀਟਰ ਤੇ ਆਊਗੀ ਦੂਜੀ ਲੇਅਰ ਸਟ੍ਰੈਟੋਸਫੀਅਰ। ਇੰਡੀਅਨ ਪੈਨਿਨਸੂਲਾ ਇਜ਼ ਸਰਾਊਂਡਡ ਬਾਈ ਵਾਟਰ ਔਨ। ਸੋ ਜਿਹੜਾ ਭਾਰਤ ਦਾ ਪੈਨਿਨਸੂਲਰ ਪਾਰਟ ਹੈ ਉਹਦੇ ਸਾਊਥ ਵੈਸਟ, ਸਾਊਥ ਤੇ ਸਾਊਥ ਈਸਟ ਇਹ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਆਲੇ ਦੁਆਲੇ ਪਾਣੀ ਹੈ। ਰਿਵਰ ਨਰਮਦਾ ਅਮਰਕੰਟਕ ਪਲੇਟੂ ਤੋਂ ਅਰਾਈਜ਼ ਹੁੰਦੀ ਹੈ। ਕਿਹੜੀਆਂ ਪਹਾੜੀਆਂ ਤੋਂ? ਸੋ ਹਿਲਸ ਨੇ ਮਾਈਕਾਲ, ਆਪਸ਼ਨ ਡੀ ਵੈਰੀ ਵੈਰੀ ਇੰਪੋਰਟੈਂਟ। ਸ਼ਾਰਾਵਤੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਕਿਹੜੀ ਸਟੇਟ ਵਿੱਚ ਲੋਕੇਟਡ ਹੈ? So this important project is in Karnataka, option D. Which of the following is southernmost point of India? Very basic and common question which is often asked in papers. So ਭਾਰਤ ਦਾ southernmost point ਹੈ ਸਭ ਤੋਂ ਨੀਚੇ ਵਾਲਾ south direction ਦਾ ਇੰਦਰਾ point, option A. ਆਲਮਾਤੀ ਡੈਮ ਇਸ਼ੂ ਇਹਨੇ ਕਰਨਾਟਕਾ ਨੂੰ ਇੱਕ ਕੋਲਾਈਜ਼ਨ ਦੇ ਵਿੱਚ ਲੈ ਕੇ ਆਂਦਾ। ਬਹੁਤ ਟਾਈਮ ਤੋਂ ਕਨਫਲਿਕਟ ਚੱਲ ਰਿਹਾ ਹੈ। ਸੋ ਕਰਨਾਟਕਾ ਦੀ ਕਿਹੜੀ ਹੋਰ ਸਟੇਟ ਦੇ ਨਾਲ ਲੜਾਈ ਚੱਲ ਰਹੀ ਹੈ ਆਲਮਾਤੀ ਡੈਮ ਨੂੰ ਲੈ ਕੇ? ਸੋ ਉਹ ਹੈ ਆਂਧਰਾ ਪ੍ਰਦੇਸ਼, ਆਪਸ਼ਨ ਡੀ। ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ? ਸੋ that is ਗੰਗਾ ਡੈਲਟਾ, ਆਪਸ਼ਨ ਸੀ। Oldest mountain Aravalli range
ਕਿਹੜੇ ਦੋ ਸਟੇਟਸ ਜਾਂ ਯੂਟੀਜ਼ ਦੇ ਵਿਚਕਾਰ ਨੇ। ਸੋ ਸਭ ਤੋਂ ਪੁਰਾਣੀਆਂ ਅਰਾਵਲੀ ਰੇਂਜ ਜਿਹੜੀ ਪਹਾੜੀਆਂ ਨੇ ਸੈਂਟਰਲ ਹਾਈਲੈਂਡ ਦਾ ਹਿੱਸਾ ਨੇ। ਜਦੋਂ ਆਪਾਂ ਫਿਜ਼ੀਓਗ੍ਰਾਫੀ ਦੀ ਗੱਲ ਕਰਦੇ ਆ ਇੰਡੀਆ ਦੀ ਤਾਂ ਇਹ ਸੈਂਟਰਲ ਹਾਈਲੈਂਡ ਵਾਲੇ ਪਾਰਟ ਚ ਆਉਂਦੀਆਂ ਨੇ। ਰਾਜਸਥਾਨ ਐਂਡ ਦਿੱਲੀ ਉਰੇ ਤੱਕ ਐਕਸਪੈਂਡਡ ਨੇ। ਆਪਸ਼ਨ ਸੀ। Which is the highest peak of peninsular India? Peninsular India ਦੀ highest peak ਹੈ ਅਨਾਇਮੁਡੀ। option D। Kathiawar Peninsula is one of the physiographic units of Kutch Peninsula। option B। ਆਮ ਭਾਸ਼ਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਇੰਟਰਸਟ ਆਪਾਂ ਬਹੁਤ ਵਾਰੀ ਸੁਣਦੇ ਰਹਿੰਦੇ ਆ। ਪੰਜਾਬੀ ਦੇ ਵਿੱਚ ਇਹਨੂੰ ਆਪਾਂ ਵਿਆਜ ਕਹਿ ਦਿੰਦੇ ਆ। ਤੁਸੀਂ ਕਿਸੇ ਤੋਂ ਪੈਸਾ ਲਿਆ, ਜਿੰਨਾ ਸਮਾਂ ਪੈਸਾ ਆਪਣੇ ਕੋਲ ਉਧਾਰ ਤੇ ਰੱਖਿਆ ਓਨਾ ਸਮਾਂ ਜਿਹੜਾ ਤੁਹਾਨੂੰ ਐਕਸਟਰਾ ਪੈਸਾ ਪੈ ਰਿਹਾ, ਉਹ ਪੈਸਾ ਰੱਖਣ ਦੇ ਲਈ ਜਿਹੜੀ ਤੁਹਾਨੂੰ ਇੱਕ ਫੀਸ ਦੇਣੀ ਪੈ ਰਹੀ ਹੈ ਐਕਸਟਰਾ ਕਿਸੇ ਦਾ ਤੁਹਾਨੂੰ ਪੈਸਾ ਦੇਣ ਕਰਕੇ, ਉਹਨੂੰ ਆਪਾਂ ਕਹਿ ਦਿੰਦੇ ਆ ਇੰਟਰਸਟ ਵਿਆਜ। ਸੋ ਕੋਈ ਪਰਸਨ ਕਿਸੇ ਤੋਂ ਬੋਰੋ ਕਰਦਾ, ਪੈਸਾ ਲੈਂਦਾ ਕਿਸੇ ਇੱਕ ਫਿਕਸਡ ਪੀਰੀਅਡ ਦੇ ਲਈ, ਇੱਕ ਪਾਰਟਿਕੂਲਰ ਟਾਈਮ ਪੀਰੀਅਡ ਮੈਂਸ਼ਨ ਹੈ। ਤੁਸੀਂ ਕਿਸੇ ਤੋਂ ਸਾਲ ਦੇ ਲਈ 1000 ਰੁਪਇਆ ਲੈ ਲਿਆ ਤਾਂ ਉਹਦੇ ਪਿੱਛੇ ਜੇ ਉਹ ਪਰਸਨ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਇੰਨੇ ਪਰਸੈਂਟ ਕੁਝ ਐਕਸਟਰਾ ਪੈਸਾ ਮੈਨੂੰ ਐਡ ਕਰਕੇ ਸਾਲ ਤੋਂ ਬਾਅਦ ਪੈਸੇ ਮੋੜਨੇ ਪੈਣਗੇ, ਤਾਂ ਜਿਹੜੀ ਉਹ ਐਕਸਟਰਾ ਮਨੀ ਤੁਸੀਂ ਉਹ ਪੈਸੇ ਦੇ ਲਈ ਮਨੀ ਲੈਂਟ ਦੇ ਲਈ ਉਹਨੂੰ ਵਰਤਨ ਦੇ ਲਈ ਦੇ ਰਹੇ ਹੋ, ਉਹਨੂੰ ਆਪਾਂ ਕਹਿ ਦਿੰਦੇ ਆ ਇੰਟਰਸਟ ਜਾਂ ਫਿਰ ਵਿਆਜ। ਇੰਟਰਸਟ ਇਜ਼ ਦ ਮਨੀ ਪੇਡ, ਜੋ ਪੈਸਾ ਲੈ ਰਿਹਾ ਉਧਾਰ ਤੇ, ਜਿਹਦੇ ਤੋਂ ਪੈਸਾ ਲਿਆ ਆਪਾਂ ਉਹਨੂੰ ਪੇ ਕਰਦੇ ਆ ਵਿਆਜ। ਜਿੰਨਾ ਪੈਸਾ ਲਿਆ ਉਹਨੂੰ ਆਪਾਂ ਕਹਿ ਦਿੰਦੇ ਆ ਪ੍ਰਿੰਸੀਪਲ ਅਮਾਉਂਟ ਜਾਂ ਫਿਰ ਸਮ। ਸਮ ਆਫ ਪ੍ਰਿੰਸੀਪਲ ਤੇ ਇੰਟਰਸਟ, ਮੰਨ ਲਓ ਤੁਸੀਂ 1000 ਰੁਪਇਆ ਲਿਆ, ਉਹਦੇ ਉੱਤੇ ਤੁਹਾਨੂੰ 6% ਵਿਆਜ ਪੈ ਗਿਆ। 1000 ਰੁਪਇਆ ਲਿਆ, 6% ਤੁਹਾਨੂੰ ਵਿਆਜ ਹੈ, 1 ਸਾਲ ਦੇ ਲਈ ਪੈਸਾ ਲਿਆ। ਹੁਣ ਜਿੰਨਾ ਤੁਸੀਂ ਇਹ 6% ਅਮਾਉਂਟ ਐਡ ਕਰਕੇ ਜੋੜ ਕੇ ਇੰਟਰਸਟ ਜੋੜ ਕੇ ਕਿਸੇ ਨੂੰ ਪੈਸਾ ਦੋਗੇ, ਉਹ ਟੋਟਲ ਹੋਊਗਾ ਪੈਸਾ ਅਮਾਉਂਟ। ਮੰਨ ਲਓ 1000 ਰੁਪਇਆ ਸੀ, ਇਹਦੇ ਤੇ 6%, ਇਹ ਮੈਂ ਤੁਹਾਨੂੰ ਅੱਗੇ ਫਾਰਮੂਲਾ ਸਮਝਾਉਂਗੀ, P into R into T, 60 ਰੁਪਏ। ਇੰਨਾ ਕੀ ਹੋ ਗਿਆ? ਸਧਾਰਨ ਵਿਆਜ। 1000 ਰੁਪਏ ਪਿੱਛੇ 6% ਤੇ 60 ਰੁਪਏ ਤੁਸੀਂ ਵਿਆਜ ਦੇ ਰਹੇ ਹੋ। ਹੁਣ ਕਿੰਨੀ ਹੋ ਗਈ ਟੋਟਲ ਅਮਾਉਂਟ? ਤੁਸੀਂ ਕਿੰਨੇ ਰੁਪਏ ਮੋੜਨੇ ਨੇ? 1060। ਸੋ ਇਹ ਹੈ ਸਿੰਪਲ ਜਿਹਾ ਕਨਸੈਪਟ। ਰੇਟ ਹੁੰਦਾ ਜਿੰਨਾ ਤੁਸੀਂ ਹਰ 100 ਰੁਪਏ ਦੇ ਲਈ ਜਿੰਨਾ ਤੁਸੀਂ ਰੇਟ 1 ਸਾਲ ਦੇ ਲਈ ਕਿਸੇ ਨੂੰ ਵਿਆਜ ਤੇ ਦੇ ਰਹੇ ਹੋ। ਸੋ ਜੋ ਰੇਟ ਲਗਾਇਆ ਜਾ ਰਿਹਾ ਤੁਹਾਡੇ ਉੱਤੇ ਵਿਆਜ ਦਾ, ਜਿੰਨਾ ਪਰਸੈਂਟ ਤੁਸੀਂ ਪੈਸਾ ਐਕਸਟਰਾ ਦੇਣਾ ਹੈ, ਉਹਨੂੰ ਆਪਾਂ ਕਹਿੰਦੇ ਆ ਰੇਟ ਪਰਸੈਂਟ। ਅਗਲਾ ਹੈ using the mean median mode formula find the mean of first 5 natural number। ਸੋ ਜਿਹੜੇ ਪਹਿਲੇ 5 ਨੈਚੁਰਲ ਨੰਬਰ ਨੇ ਉਹਨਾਂ ਦੀ ਆਪਾਂ ਨੇ ਮੀਨ ਕੱਢਣੀ ਹੈ। ਵੈਰੀ ਸਿੰਪਲ। ਮੀਨ ਕੀ ਹੈ? ਸਿੰਪਲ ਐਵਰੇਜ। ਸੋ ਪਹਿਲੇ 5 ਨੈਚੁਰਲ ਨੰਬਰ ਨੇ 1 2 3 4 5। ਸੋ ਇਹਨਾਂ ਦਾ ਟੋਟਲ ਡਿਵਾਈਡ ਬਾਈ ਟੋਟਲ ਆਬਜ਼ਰਵੇਸ਼ਨ। ਸੋ ਜਦੋਂ ਇਹਨੂੰ ਆਪਾਂ ਸੋਲਵ ਕਰਾਂਗੇ ਆਨਸਰ ਆ ਜਾਊਗਾ 3। ਸੋ 3 ਆ ਗਈ ਮੀਨ। ਅਗਲਾ ਹੈ ਪਰਸੈਂਟੇਜ ਵਿੱਚ ਦਿੱਤਾ ਹੋਇਆ, ਆਪਾਂ ਨੇ ਇਹਨੂੰ ਫ੍ਰੈਕਸ਼ਨ ਦੇ ਵਿੱਚ ਰੈਪ੍ਰੈਜ਼ੈਂਟ ਕਰਨਾ ਹੈ। ਸੋ ਮੈਂ ਤੁਹਾਨੂੰ ਕੀ ਦੱਸਿਆ ਸੀ ਸਟਾਰਟਿੰਗ ਵਿੱਚ ਕਿ ਜਿਹੜਾ ਪਰਸੈਂਟ ਹੈ ਇਹਨੂੰ ਕੱਟ ਕਰਕੇ ਜਦੋਂ ਆਪਾਂ ਨੇ ਫ੍ਰੈਕਸ਼ਨ 'ਚ ਲਿਖਣਾ ਤਾਂ ਨੀਚੇ ਆਪਾਂ 100 ਲਗਾ ਦਾਂਗੇ। ਸੋ 64% ਨੂੰ ਆਪਾਂ 64 ਡਿਵਾਈਡ ਬਾਈ 100 ਵੀ ਲਿਖ ਸਕਦੇ ਹਾਂ। ਹੁਣ ਜਦੋਂ ਇਹਨੂੰ ਆਪਾਂ ਨੇ 2 ਤੇ ਕੱਟ ਕਰਾਂਗੇ ਤਾਂ ਲੀਸਟ ਜਿਹੜਾ ਕੱਟ ਹੋਊਗਾ ਉਹ ਆ ਜਾਊਗਾ 16/25। ਸੋ 64% ਨੂੰ ਆਪਾਂ 16/25 ਵੀ ਲਿਖ ਸਕਦੇ ਹਾਂ। ਕੱਟ ਕਰਕੇ ਫ੍ਰੈਕਸ਼ਨ ਦੀ ਫਾਰਮ 'ਚ ਮੈਂ ਤੁਹਾਨੂੰ ਲਾਸਟ ਲੈਕਚਰ ਵਿੱਚ ਵੀ ਸਮਝਾਇਆ ਸੀ ਜਦੋਂ ਆਪਾਂ ਨੇ ਡੈਸੀਮਲ ਵਾਲਾ ਟੌਪਿਕ ਕੀਤਾ ਸੀ ਕਿ ਛੋਟੇ ਤੋਂ ਛੋਟਾ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਆਪਸ ਦੇ ਵਿੱਚ ਕੱਟੇ ਜਾ ਸਕਦੇ ਨੇ, ਓਨਾ ਆਪਾਂ ਨੇ ਛੋਟੀ ਤੋਂ ਛੋਟੀ ਫਾਰਮ ਦੇ ਵਿੱਚ ਫ੍ਰੈਕਸ਼ਨ ਨੂੰ ਲਿਖਣਾ ਹੁੰਦਾ। ਅਗਲਾ ਹੈ 6%। ਸੋ ਹੁਣ ਉਰੇ ਆਪਾਂ 6 ਨੂੰ 6/100 ਲਿਖ ਸਕਦੇ ਹਾਂ। ਇਹ ਵੀ 2 ਤੇ ਜਾਂਦਾ। ਸੋ 3 ਡਿਵਾਈਡ ਬਾਈ 50। 0.5%। ਹੁਣ ਉਰੇ ਇੱਕ ਤਾਂ ਆਪਾਂ ਨੀਚੇ ਲਗਾ ਦਾਂਗੇ 100% ਵਾਲਾ, ਦੂਜਾ ਆਪਾਂ ਆਹ ਡਾਟ ਹੈ ਜਿਹੜੀ ਡੈਸੀਮਲ ਵਾਲਾ ਇਹਨੂੰ ਹਟਾ ਕੇ ਵੀ ਇੱਕ ਇਹਦੀ 0 ਲਗਾ ਦਾਂਗੇ। ਸੋ ਜਦੋਂ ਇਹਨੂੰ ਆਪਾਂ ਕੱਟਾਂਗੇ ਤਾਂ ਇਹ ਬਣ ਜਾਊਗਾ 1/200। ਅਗਲਾ ਕੁਐਸਚਨ ਆ ਗਿਆ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਿਆ, ਜੇ A ਦੀ ਸੈਲਰੀ B ਨਾਲੋਂ 30% ਘੱਟ ਹੈ ਤਾਂ B ਦੀ ਸੈਲਰੀ A ਨਾਲੋਂ ਕਿੰਨੇ
10% ज़्यादा होगी। ਇਹ क्वेश्चन पेपर ਲਈ बहुत इंपॉर्टेंट है, ਇਹਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਹੈ। ਸੋ B ਦੀ ਸੈਲਰੀ ਕਿੰਨੀ ਜ਼ਿਆਦਾ ਹੈ? ਹੁਣ ਉਰੇ ਸੈਲਰੀ ਲੈਸ ਹੈ ਤਾਂ ਮਤਲਬ ਜਿਹੜਾ ਦੂਜਾ ਫਾਰਮੂਲਾ ਸੀ ਉਹ ਲੱਗੂਗਾ। ਫਾਰਮੂਲਾ ਕੀ ਸੀ? R rate divide by 100 minus R into 100%। ਸੋ ਹੁਣ ਰੇਟ ਕਿੰਨਾ ਹੈ? R ਕਿੰਨਾ ਹੈ? 30, 100 minus R 100 ਚੋਂ 30 ਘਟਾਏ 70 ਗੁਣਾ 100। ਸੋ 0 ਨਾਲ 0 ਕੱਟ ਹੋ ਗਈ, 300 ਬਟੇ 7 ਤੇ ਇਹ ਆ ਜਾਊਗਾ ਜਦੋਂ ਇਹਨੂੰ ਆਪਾਂ ਡਿਵਾਈਡ ਕਰਾਂਗੇ ਫ੍ਰੈਕਸ਼ਨ ਦੀ ਫਾਰਮ ਦੇ ਵਿੱਚ 42/6/7%। ਇਹ ਕੁਐਸਚਨ ਡਾਇਰੈਕਟਲੀ ਸੇਮ ਪਿਛਲੇ ਸਾਲ ਪੰਜਾਬ ਪੁਲਿਸ ਦੇ ਪੇਪਰ 'ਚ ਰਿਪੀਟ ਹੋਇਆ ਸੀ। ਸੋ ਮੈਂ ਅਗੇਨ ਫੋਕਸ ਕਰ ਰਹੀ ਹਾਂ ਕਿ ਜਿਹੜੇ ਵੀ ਮੈਂ ਤੁਹਾਨੂੰ ਸਪੈਸ਼ਲ ਸ਼ਾਰਟਕਟ ਫਾਰਮੂਲੇ ਦੱਸ ਰਹੀ ਹਾਂ ਇਹ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨੇ। ਅਗਲਾ ਕੁਐਸਚਨ ਹੈ ਇੱਕ ਸਕੁਆਇਰ ਦਾ ਏਰੀਆ ਕੱਢਣਾ, ਲੈਂਥ ਹੈ ਜਿਹਦੇ ਡਾਇਗਨਲ ਦੀ 2.4 ਮੀਟਰ। ਜਿੱਥੇ ਤੁਹਾਨੂੰ ਸਕੁਆਇਰ ਦੀ ਡਾਇਗਨਲ ਦੀ ਮੈਜ਼ਰਮੈਂਟ ਦਿੱਤੀ ਹੋਵੇ ਉੱਥੇ ਏਰੀਆ ਦਾ ਫਾਰਮੂਲਾ ਲੱਗਦਾ ਹਾਫ ਡਾਇਗਨਲ ਦਾ ਸਕੁਆਇਰ। ਸੋ 1/2 into 2.4 into 2.4 ਇਹਨੂੰ ਸੋਲਵ ਕਰਾਂਗੇ ਆਨਸਰ ਆ ਜਾਊਗਾ 2.88 ਮੀਟਰ ਸਕੁਆਇਰ ਏਰੀਆ। ਅਗਲਾ ਕੁਐਸਚਨ ਹੈ ਲੈਂਥ ਤੇ ਬ੍ਰੈਡਥ ਦਿੱਤੀ ਹੋਈ ਹੈ ਇੱਕ ਪਲੇਗਰਾਉਂਡ ਦੀ 36 ਮੀਟਰ 21 ਮੀਟਰ। Flag staffs are required to be fixed on all along the boundary at a distance of 3 meter। 3 ਮੀਟਰ ਦੀ ਦੂਰੀ ਤੇ ਸਾਰੇ ਆਲੇ ਦੁਆਲੇ ਝੰਡੇ ਲਗਾਉਣੇ ਨੇ। ਕਿੰਨੇ ਟੋਟਲ ਫਲੈਗ ਸਟਾਫ ਲਗਾਏ ਜਾਣਗੇ? ਸੋ ਇਹਦੇ ਲਈ ਆਪਾਂ ਨੂੰ ਆਲੇ ਦੁਆਲੇ ਦਾ ਸਭ ਤੋਂ ਪਹਿਲਾਂ ਤਾਂ ਪੈਰੀਮੀਟਰ ਪਤਾ ਹੋਣਾ ਚਾਹੀਦਾ। ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਰੈਕਟੈਂਗਲ ਦਾ? 2 into L plus B। ਸੋ ਲੈਂਥ ਹੈਗੀ 36, ਬ੍ਰੈਡਥ ਹੈ 21, ਇਹਨੂੰ ਸੋਲਵ ਕਰਾਂਗੇ ਪੈਰੀਮੀਟਰ ਆ ਜਾਊਗਾ 114। ਹੁਣ ਕਿੰਨੇ ਲਗਾਵਾਂਗੇ? ਜੇ 3 ਮੀਟਰ ਦੀ ਦੂਰੀ ਤੇ ਲਗਾਉਣੇ ਨੇ ਤਾਂ 3 ਨਾਲ ਡਿਵਾਈਡ ਕਰ ਦਾਂਗੇ, ਆਨਸਰ ਆ ਜਾਊਗਾ 38 ਆਪਸ਼ਨ ਬੀ। ਇਸ ਟਾਈਪ ਦੇ ਕੁਐਸਚਨ ਵੀ ਪੇਪਰ ਲਈ ਕਾਫੀ ਇੰਪੋਰਟੈਂਟ ਨੇ।